देखो शब्द प्यारियो, जन्म मरण की टेक, मुख उजल सदा सुखी, नानक सिमरत एक। जो तो प्रेम खिलन का जाओ, सिर धर तली करी मेरी आओ। इत मार्ग पैर धरीजै, सिर दीजै कामना कीजै। इत मार्ग पैर धरीजै, सिर दीजै कामना कीजै। जुगों जुग अटल चबर छतर तखत दे मालक ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਅਤੀ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੱਜ ਰਹੇ ਇਸ ਪਾਵਨ ਦਰਬਾਰ ਦੇ ਅੰਦਰ ਹਾਜ਼ਰੀ ਭਰਨ ਦਾ ਇਹ ਸਮਾਂ ਬਖਸ਼ਿਸ਼ ਹੋਇਆ ਹੈ, ਜਿੱਥੇ ਨਿਤਾ ਪ੍ਰਤੀ ਅਸੀਂ ਸਤਿਗੁਰੂ ਦੇ ਦਰ ਉੱਪਰ ਜੁੜ ਕੇ ਪਾਵਨ ਬਾਣੀ ਦੀਆਂ ਵਿਚਾਰਾਂ, ਪਾਠ, ਸ਼ਬਦ ਸਰਵਣ ਕਰਦੇ ਹਾਂ। ਉੱਥੇ ਅੱਜ ਤੋਂ ਜੋ ਦਿਨ, जिस हफ्ते की गल आपां अक्सर इतिहास के उन्हां विद्वानां पासों सुनते हैं, जिन्होंने शहीदी हफ्ता कहा जाता है, इसके इतिहास की लड़ीवार विचार भी आपां आरंभ करन जा रहे हैं। एक विद्वान ने बड़ा प्यारा वचन आख्या है, बोल आखे ने, वो आखदा है, कोई कौम मुहर्रम नूं मनदी है, कोई कौम मुहर्रम नूं मनदी है, वड्डे दिनां दा कोई ध्यान धरदा, दिन ਉਹ ਦੇ ਵੀ ਸਾਨੂੰ ਭੁੱਲਦੇ ਨਹੀਂ ਜਦੋਂ ਡਿੱਠਾ ਦਸ਼ਮੇਸ਼ ਨੂੰ ਸਰਬੰਸ ਦਾਨ ਕਰਦਾ। ਧੰਨ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ, ਸਾਰਾ ਸਰਬੰਸ ਕੌਮ ਤੋਂ ਉੱਪਰ ਵਾਰ ਦਿੱਤਾ ਹੈ। ਆਓ ਇਤਿਹਾਸ ਦੀ ਲੜੀ ਤੋਂ ਆਰੰਭ ਤੋਂ ਪਹਿਲਾਂ जितनी संगत गुरु का अंबर जुड़ बैठी है, अपनी रसना को पवित्र करते हैं। सतगुरु जी वालों बख्शे होया फतेह का नारा जिहड़ा है उन्हें बुलंद आवाज के विच प्रवान करो जी। आखो वाहिगुरू जी का खालसा, वाहिगुरू जी की फतेह। संसार के विच महान योधे हुए ने, पर धन कलगीधर पिता गुरु गोबिंद सिंह सच्चे पातशाह जी वर्गा कोई भी इस संसार के हुण तक नहीं होया है। विद्वान ने बड़े प्यारे बोल आखे सतगुरु जी, वो आखदा अपने आप नूं तां हर कोई शिंगार लैंदा, अपने आप नूं तां हर कोई शिंगार लैंदा, औखा काम कौम नूं शिंगारना है, अपने लई तां कोई भी वार लैंदा, औखा कौम तो सरबंस नूं वारना है। वो महान सतगुरु कलगीधर पिता सच्चे पातशाह जी, जिन्हां दा इतिहास बाकमाल दा है, जिथे बुल्ले शाह ये गल आखदा है, वो आखदा है कि इस संसार दे विच जे धन कलगीधर पिता सच्चे पातशाह जी ना होंदे ते वो आखदा है कि इत्थे सारियां ने जिहड़ा एक मूल धर्म उन्हां दा बदलिया होना सी। ये बुल्ले शाह दे बोल ने। सतगुरु सच्चे पातशाह जी की
ਜਦੋਂ ਆਪਾਂ ਇਤਿਹਾਸ ਦੀ ਲੜੀ ਨੂੰ ਆਰੰਭ ਕਰਨਾ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਜਾਣਨਾ ਪਏਗਾ ਕਿ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਤਿਹਾਸ ਸਿਰਜਿਆ ਹੈ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਕਿਉਂਕਿ ਅਗਰ ਆਪਾਂ ਮੁੱਢ ਜਾਣ ਲਈਏ ਤੇ ਸਾਨੂੰ ਸੌਖਾ ਇਹ ਪਤਾ ਲੱਗ ਜਾਏਗਾ ਕਿ ਅਨੰਦਪੁਰ ਸਾਹਿਬ ਨੂੰ ਛੱਡਣਾ ਕਿਉਂ ਪਿਆ। ਅਨੰਦਪੁਰ ਸਾਹਿਬ ਤੋਂ ਇਲਾਵਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 14 ਜੰਗਾਂ ਕਿਉਂ ਲੜਨੀਆਂ ਪਈਆਂ, ਆਪਣੇ ਪਰਿਵਾਰ ਦੇ ਉਹਨਾਂ ਜੀਆਂ ਨੂੰ ਕਿਉਂ ਆਪ ਹੱਥੀਂ ਤੋੜ ਕੇ ਸ਼ਹੀਦ ਕਰਵਾਉਣਾ ਪਿਆ। ਇਹ ਇਸ ਗੱਲ ਤੋਂ ਅੰਦਾਜ਼ਾ ਲੱਗੇਗਾ ਜਦੋਂ ਅਸੀਂ ਇਸ ਇਤਿਹਾਸ ਦੇ ਮੁੱਢ ਨੂੰ ਜਾਣਾਂਗੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਭਾਈ ਗੁਰਦਾਸ ਜੀ ਨੇ ਆਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਿਰਮਲ ਪੰਥ ਦੀ ਰਚਨਾ ਕੀਤੀ। ਇਹ ਨਿਰਮਲ ਪੰਥ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਖਾਲਸੇ ਦਾ ਰੂਪ ਦੇ ਦਿੱਤਾ 1699 ਦੀ ਉਹ ਵਿਸਾਖੀ ਵਾਲੇ ਦਿਨ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਤੇ ਬਾਬੇ ਕੇ ਤੇ ਉਧਰ ਬਾਬਰ ਦੀਆਂ ਜਿਹੜੀ ਗੱਲ ਹੈ ਉਹ ਆਰੰਭ ਹੋ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਬਾਬਰ ਦੇ ਮੂੰਹ ਦੇ ਉੱਤੇ ਕਹਿਣ ਵਾਲੀ ਹੈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਵੇਲਾ। ਇੱਥੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹ ਵਿਚਾਰ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰੋਂ ਆਰੰਭ ਹੁੰਦੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਟੱਕਰ ਹੋਈ, ਉੱਥੇ ਪਹਿਲੀ ਘਟਨਾ ਜਿਹੜੀ ਹੈ ਉਹ ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਵੇਲੇ ਆਰੰਭ ਹੁੰਦੀ ਹੈ, ਜਦੋਂ ਸਤਿਗੁਰੂ ਜੀ ਆਪ ਲਾਹੌਰ ਸ਼ਹਿਰ ਦੇ ਅੰਦਰ ਜਾ ਕੇ ਇਹਨਾਂ ਬਚਨਾਂ ਨੂੰ ਪੂਰਾ ਕਰਦੇ ਨੇ ਕਿ ਪਹਿਲਾ ਮਰਨ ਕਬੂਲ ਸਿਰਫ ਕਹਿਣ ਮਾਤਰ ਹੀ ਨਹੀਂ, ਉਹਨਾਂ ਨੇ ਇਹ ਕਰਕੇ ਵੀ ਦਿਖਾਇਆ ਹੈ। ਆਪ ਸ਼ਹਾਦਤ ਦਿੱਤੀ ਹੈ। ਇਸ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਨੇ ਦੇ ਨਾਲ ਜਿਹੜੀਆਂ ਨੇ ਉਹਨਾਂ ਨੇ 4 ਜੰਗਾਂ ਲੜੀਆਂ ਨੇ, ਚਾਰਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਸ਼ਸਤਰਧਾਰੀ ਹੋਏ ਨੇ। ਨੌਵੇਂ ਪਾਤਸ਼ਾਹ ਜੀ ਨੇ ਚਾਂਦਨੀ ਚੌਕ ਦਿੱਲੀ ਦੇ ਵਿੱਚ ਜਾ ਕੇ ਜਿਹੜਾ ਹੈ ਉਹ ਆਪਣੀ ਸ਼ਹਾਦਤ ਦਿੱਤੀ, ਨਾਲ 3 ਗੁਰਸਿੱਖ ਸ਼ਹਾਦਤ ਦਾ ਜਾਮ ਦੇ ਕੇ ਗਏ ਨੇ। ਇਹ ਲੜੀ ਆਰੰਭ ਹੋ ਰਹੀ ਹੈ ਜਿੱਥੇ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੀਆਂ ਸਰਕਾਰਾਂ, ਆਉਣ ਵਾਲਾ ਜਿਹੜਾ ਸਮਾਂ ਹੈ ਉਹ ਕੌਮ ਦੇ ਉੱਤੇ ਬੜੀ ਭਾਰੀ ਜਿਹੜੀ ਹੈ ਉਹ ਇਸ ਸਮੇਂ ਨੂੰ ਗੁਜ਼ਰਨਾ ਹੈ ਜਿੱਥੇ ਕੌਮ ਦੇ ਲਈ ਇੱਕ ਸ਼ਕਤੀਸ਼ਾਲੀ ਹੋਣਾ, ਕੌਮ ਦੇ ਲਈ ਇੱਕ ਸ਼ਸਤਰਧਾਰੀ ਹੋਣਾ ਬੜਾ ਹੀ ਜ਼ਰੂਰੀ ਹੈ। ਇਹੀ ਕਾਰਨ ਸੀ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਉਹ ਆਮ ਨੌਜਵਾਨਾਂ ਨੂੰ ਜਿਹੜਾ ਸੀ ਸ਼ਸਤਰ ਵਿਦਿਆ ਦੇਣੀ ਆਰੰਭ ਕੀਤੀ ਸੀ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆਪਾਂ ਹੋਲੇ ਮਹੱਲੇ ਦਾ ਜ਼ਿਕਰ ਪੜ੍ਹਦੇ ਹਾਂ। ਆਮ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਸਨ। ਸਤਿਗੁਰੂ ਜੀ ਨੇ ਇਹਦਾ ਰੂਪ ਬਦਲਿਆ। ਇਸ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ ਦੇ ਰੂਪ ਦੇ ਵਿੱਚ, ਹੋਲੇ ਦਾ ਅਰਥ ਹੈ ਹਮਲਾ, ਮਹੱਲੇ ਦਾ ਅਰਥ ਹੈ ਉਹ ਸਥਾਨ ਜਿੱਥੇ ਹਮਲਾ ਕੀਤਾ ਜਾਣਾ ਹੈ। ਦੋ ਜਿਹੜੇ ਸਨ ਸਤਿਗੁਰੂ ਜੀ ਗਰੁੱਪ ਬਣਾਉਂਦੇ ਸਨ, ਦੋਨਾਂ ਨੂੰ ਆਪਸ ਦੇ ਵਿੱਚ ਜੰਗ ਦੀ ਜਿੱਥੇ ਪ੍ਰੈਕਟਿਸ ਹੁੰਦੀ ਸੀ ਤੇ ਉਹ ਸਤਿਗੁਰੂ ਜੀ ਕਰਵਾਉਂਦੇ ਸਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੌਮ ਦੇ ਉੱਤੇ ਮੁਸੀਬਤ ਪਵੇ ਤੇ ਇਹਨੇ ਯੋਧੇ ਜਿਹੜੇ ਨੇ ਉਹ ਉੱਠ ਕੇ ਉਸ ਮੁਸੀਬਤ ਦਾ ਸਾਹਮਣਾ ਕਰਨਗੇ, ਟੱਕਰ ਲੈਣਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਦੇ ਉੱਤੇ ਜਿੱਥੇ ਅੰਮ੍ਰਿਤ ਦੀ ਦਾਤ ਉਹਨਾਂ ਲੋਕਾਂ ਨੂੰ ਛਕਾਈ ਜਿਨ੍ਹਾਂ ਨੂੰ ਨੀਵੇਂ ਕਿਹਾ ਗਿਆ, ਜਿਨ੍ਹਾਂ ਦੀ ਬਾਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿ ਕੇ ਪਕੜੀ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਮਤ ਨੀਚ, ਨਾਨਕ ਤਿਨ ਕੈ ਸੰਸਾਰ ਵੱਡਿਆ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਹਿ ਕੇ ਕਿਹਾ ਦਿੱਤਾ, ਇਹ ਜਿਹੜੇ ਯੋਧੇ ਨੇ, ਇਹ ਕੌਮ ਜਿਹੜੀ ਹੈ, ਹੁਣ ਮੈਂ ਇਹਨਾਂ ਨੂੰ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਦੀ ਦਾਤ ਦੇ ਕੇ ਇਹਨਾਂ ਦੀ ਜਿਹੜੀ ਭੇਦ ਭਾਵ ਹੈ, ਇਹਨਾਂ ਦਾ ਜਿਹੜਾ ਵਿਤਕਰਾ ਹੈ ਇਹਨਾਂ ਦੇ ਨਾਲ, ਉਹ ਅੱਜ ਤੋਂ ਬੰਦ ਕਰ ਦਵਾਂਗਾ। ਇਹੀ ਕਾਰਨ ਸੀ ਸਮੇਂ ਦੀਆਂ ਰਿਆਸਤਾਂ
ਸਮੇਂ ਦੇ ਉਹ ਲੋਕ ਜਿਹੜੇ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਸਨ, ਜਿਹੜੇ ਇਹਨਾਂ ਚੀਜ਼ਾਂ ਦੇ ਹੱਕ ਦੇ ਵਿੱਚ ਸਨ, ਉਹ ਹਿੰਦੂ ਪਹਾੜੀ ਰਾਜੇ। ਹੁਣ ਅਸੀਂ ਆਮ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਉਹ ਜੰਗਾਂ ਜਦੋਂ ਲੜੀਆਂ ਤੇ ਉਹ ਮੁਗਲ ਹਕੂਮਤ ਦੇ ਨਾਲ ਹੈ, ਪਰ ਸਾਨੂੰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਬਹੁਤ ਸਾਰੀਆਂ ਜੰਗਾਂ ਜਿਹੜੀਆਂ ਨੇ ਉਸ ਸਮੇਂ ਦੇ ਹਿੰਦੂ ਰਿਆਸਤੀ ਪਹਾੜੀ ਰਾਜਿਆਂ ਦੇ ਨਾਲ ਸੀ। ਕਾਰਨ ਇਹ ਸੀ ਉਹ ਪਹਾੜੀ ਰਾਜੇ ਜਿੱਥੇ ਆਮ ਲੋਕਾਂ ਦੇ ਵਿੱਚ ਇੱਕ ਵਿਤਕਰਾ ਪੈਦਾ ਕਰ ਰਹੇ ਸਨ, ਆਮ ਲੋਕਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਨੀਵਿਆਂ ਕਹਿ ਕੇ ਦੁਰਕਾਰਿਆ ਜਾ ਰਿਹਾ ਸੀ, ਉਹ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਸੀ ਸਨ ਕਿ ਜਿੱਥੇ ਲੋਕ ਵੰਡ ਕੇ ਰਹਿਣ। ਪਰ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਿਹੜੀਆਂ ਜੰਗਾਂ ਲੜੀਆਂ ਨੇ ਉਹ ਤਕਰੀਬਨ 14 ਜੰਗਾਂ ਨੇ ਤੇ 14 ਦੀ 14 ਦੇ ਵਿੱਚ ਹਾਸਲ ਕੀਤੀਆਂ ਜਿੱਤਾਂ ਨੇ। ਹੁਣ 14 ਜੰਗਾਂ ਦੇ ਵਿੱਚ ਜਿੱਤਾਂ ਹਾਸਲ ਕੀਤੀਆਂ ਨੇ। ਰਾਮ ਰਹੋਗੇ ਅਨੰਦਪੁਰ ਸਾਹਿਬ ਦੇ ਵਿੱਚ 1705 ਦੇ ਵਿੱਚ ਜਿਹੜਾ ਹੈ ਉਹ ਜੰਗਾਂ ਹੁੰਦੀਆਂ ਨੇ। ਇਸ ਤੋਂ ਪਹਿਲਾਂ ਵੀ ਜਿਹੜੀਆਂ ਜੰਗਾਂ ਨੇ ਉਹ ਆਰੰਭ ਹੋ ਜਾਂਦੀਆਂ ਨੇ, ਭਾਵੇਂ ਸਤਿਗੁਰੂ ਜੀ ਨੇ ਭੰਗਾਣੀ ਦਾ ਯੁੱਧ ਦੇਖ ਲਓ, ਉਸ ਤੋਂ ਬਾਅਦ ਦਾ ਜਿਹੜਾ ਆਪਾਂ ਜ਼ਿਕਰ ਪੜ੍ਹਦੇ ਹਾਂ ਹੋਰ ਜੰਗਾਂ ਦਾ, ਲੋਹਗੜ੍ਹ ਦੀ ਜਿਹੜੀ 1700 ਦੇ ਵਿੱਚ ਜੰਗ ਹੋਈ 29 ਤੋਂ ਲੈ ਕੇ 31 ਅਗਸਤ ਤੱਕ ਉਹਦਾ ਜ਼ਿਕਰ ਵੀ ਆਪਾਂ ਪੜ੍ਹਦੇ ਹਾਂ। ਇਸ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਦੀਆਂ ਹੋਰ ਜੰਗਾਂ ਦਾ ਜ਼ਿਕਰ ਪੜ੍ਹਦੇ ਹਾਂ 1701 ਜਨਵਰੀ ਦੇ ਵਿੱਚ ਵੀ ਜੰਗ ਹੁੰਦੀ ਹੈ, ਇਹ ਵੀ ਪਹਾੜੀ ਰਾਜਿਆਂ ਦੇ ਨਾਲ ਹੈ। ਉਸ ਤੋਂ ਬਾਅਦ 1701 ਦਸੰਬਰ ਦੇ ਵਿੱਚ ਜਿੱਥੇ ਜਨਵਰੀ ਦੇ ਵਿੱਚ ਹੈ, ਉਸ ਤੋਂ ਬਾਅਦ 1701 ਦਸੰਬਰ ਦੇ ਵਿੱਚ ਜਿਹੜੀ ਜੰਗ ਹੁੰਦੀ ਹੈ ਉਹ ਵੀ ਉਸ ਸਮੇਂ ਦੇ ਪਹਾੜੀ ਰਾਜਿਆਂ ਦੇ ਨਾਲ ਹੈ। ਹੁਣ ਇਹ ਪਹਾੜੀ ਰਾਜਿਆਂ ਦੇ ਨਾਲ ਜੰਗਾਂ ਦਾ ਕਾਰਨ ਕੀ ਹੈ? ਕਿਉਂਕਿ ਆਪਾਂ ਇਹ ਦੇਖਣਾ ਹੈ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਘੇਰਾ ਪਿਆ ਹੈ ਉਸ ਤੋਂ ਪਹਿਲਾਂ ਕੀ ਕੁਝ ਵਾਪਰਿਆ, ਉਸ ਤੋਂ ਪਹਿਲਾਂ ਕਾਰਨ ਕੀ ਬਣਿਆ ਹੈ ਕਿ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ ਅੱਜ ਦੀ ਰਾਤ। ਇਸ ਸਮੇਂ 6-7 ਪੋਹ ਦੀ ਉਹ ਰਾਤ ਸੀ। ਅੱਜ 7 ਪੋਹ ਦੀ ਸਵੇਰ ਜਿਹੜੀ ਸੀ ਉਹ ਸਰਸਾ ਦੇ ਨਦੀ ਦੇ ਕੰਢੇ ਦੇ ਉੱਪਰ ਸੀ। ਪਰ ਇਸ ਤੋਂ ਪਹਿਲਾਂ ਦਾ ਆਪਾਂ ਇਤਿਹਾਸ ਇਸ ਕਰਕੇ ਵਿਚਾਰ ਰਹੇ ਹਾਂ ਤਾਂ ਕਿ ਸਾਨੂੰ ਇਸ ਗੱਲ ਬਾਰੇ ਪਤਾ ਲੱਗ ਜਾਏ ਕਿ ਅਨੰਦਪੁਰ ਸਾਹਿਬ ਦੀ ਉਹ ਜੰਗ ਜਿਹਦੀ 8 ਮਹੀਨੇ ਤਕਰੀਬਨ ਘੇਰਾ ਪਿਆ ਹੈ, ਉਹ ਘੇਰੇ ਤੋਂ ਪਹਿਲਾਂ ਦੇ ਹਾਲਾਤ ਕੀ ਸਨ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਾਂ ਬਾਕੀ ਜੰਗਾਂ ਦਾ ਜ਼ਿਕਰ ਪੜ੍ਹਦੇ ਹਾਂ ਤੇ ਆਪਾਂ ਨਿਰਮੋਹਗੜ੍ਹ ਦੀ ਜੰਗ ਦਾ ਜ਼ਿਕਰ ਵੀ ਪੜ੍ਹ ਲੈਂਦੇ ਹਾਂ ਇਤਿਹਾਸ ਦੇ ਵਿੱਚੋਂ, ਜਿਹੜੀ 1701 ਦੇ ਵਿੱਚ ਹੋਈ ਜਿੱਥੇ ਸਾਹਿਬ ਸਿੰਘ ਮੌਜੂਦ ਸਨ। ਚਮਕੌਰ ਦੀ ਪਹਿਲੀ ਲੜਾਈ ਵੀ ਹੁੰਦੀ ਹੈ ਜਿਹੜੀ ਕੁਰੂਕਸ਼ੇਤਰ ਤੋਂ ਆਏ ਹੋਏ ਅਜਮੇਰ ਜੰਗ ਵੱਲੋਂ 14 ਜਨਵਰੀ 1703 ਦੇ ਵਿੱਚ। ਉਸ ਤੋਂ ਬਾਅਦ 13 ਮਾਰਚ 1705 ਨੂੰ 6 ਦਸੰਬਰ 1705 ਨੂੰ ਵੀ ਜੰਗਾਂ ਜਿਹੜੀਆਂ ਨੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੁੰਦੀਆਂ ਨੇ। ਹੁਣ ਇਹ ਜਿਹੜੀਆਂ ਜੰਗਾਂ ਨੇ ਇਹ ਤੇ ਛੋਟੀਆਂ-ਮੋਟੀਆਂ ਜੰਗਾਂ ਜਿੱਥੇ ਇੱਕ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ, ਦੂਜੇ ਦੇ ਵੱਲੋਂ ਉਹਦਾ ਜਵਾਬ ਦਿੱਤਾ ਗਿਆ। ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ, ਕਿਉਂਕਿ ਅਨੰਦਪੁਰ ਸਾਹਿਬ ਨੂੰ ਉਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਨੇ ਰਿਆਸਤ ਜਿਹੜੀ ਕਹਿਲੂਰ ਹੈ ਉਸ ਤੋਂ ਜਿਹੜਾ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ ਉਹ ਇੱਕ ਪਿੰਡ ਦੀ ਇੱਕ ਜਗ੍ਹਾ ਸੀ ਮਾਖੋਵਾਲ, ਉਹ ਮਾਖੋਵਾਲ ਦੀ ਪਿੰਡ ਦੀ ਜਗ੍ਹਾ ਮੁੱਲ ਲੈ ਕੇ ਜਿਹੜਾ ਸੀ ਅਨੰਦਪੁਰ ਸਾਹਿਬ ਵਸਾਇਆ ਸੀ। ਰਾਜਾ ਰਾਮ ਰਾਏ ਜਿਹੜਾ ਸੀ ਉਹ ਹਿੰਦੂ ਰਿਆਸਤ ਕਹਿਲੂਰ ਦੇ ਵਿੱਚੋਂ ਮਾਖੋਵਾਲ ਦੇ ਜਿਹੜੇ ਸੀ ਉਸ ਪਿੰਡ ਨੂੰ ਲਿਆ ਤੇ ਉੱਥੇ ਨਗਰ ਵਸਾਇਆ। ਤਕਰੀਬਨ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 3 ਸਾਲ ਜਿਹੜੇ ਸਨ ਉੱਥੇ ਮੌਜੂਦ ਰਹੇ। ਉਸ ਤੋਂ ਪਹਿਲਾਂ ਜਿਸ ਸਮੇਂ ਬੰਗਾਲ ਦੀ ਇੱਕ ਇਤਿਹਾਸ ਦੀ ਘਟਨਾ ਇਹਦੇ ਨਾਲ ਹੋਰ ਅੰਕਿਤ ਕਰ ਦਵਾਂ, ਕਿਉਂਕਿ ਕਾਰਨ ਇੱਥੇ ਇੱਕ ਇਹ ਵੀ ਬਣਦਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਰਾਜਾ ਰਤਨ ਰਾਏ ਪਹੁੰਚਦਾ ਹੈ ਆਪਣੀ ਮਾਂ ਦੇ ਨਾਲ ਤੇ ਉਹ ਸਤਿਗੁਰੂ ਜੀ ਦੇ ਆ ਕੇ ਨਤਮਸਤਕ ਹੁੰਦਾ ਹੈ। ਅਨੰਦਪੁਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਤੋਂ ਬਾਅਦ ਜਿਹੜਾ ਸੀ
वो सतगुरु जी नूं एक हाथी भेंट करता है प्रसादी हट्टी, जिसका इतिहास के विच जिक्र आपां पढ़दे हां। ये प्रसादी हट्टी वो सी जिहड़ा बहुत सिखाया होया सी। जिस इतिहास कहता है कि सतगुरु जी ने तीर चलाना ते उस तीर नूं उन्हें लभ के लिया के फिर दोबारा गुरु साहब नूं देना। होर बड़े काम जिहड़े सी ये प्रसादी हट्टी करदा सी, बड़ा सिखाया होया सी। उस तो पहला सतगुरु जी के कोल कुछ होर सिख पहुंचते सन, जिहड़े सतगुरु जी नूं पंज कला शस्त्र, शामियाने, कुछ चंदोआ ते ऐसियां कीमती चीज़ां जिहड़ियां सन उस सतगुरु गुरु गोबिंद सिंह महाराज जी नूं जिहड़ियां सन वो भेंटां कीतियां सन। इत्थे ये क्योंकि जिक्र आया राजा रतन राय का, ये राजा रतन राय वो है जिहदे पिता का नाम इतिहास दे विच राजा राम राय है। सतगुरु नौवें पातशाह जी जिस समय बंगाल दे विच गए सन, उत्थों दे गौरीपुर पिंड दे विच दो कबीले सन। इन्हां कबीलियां दे विच आपसी लड़ाई सी। बड़ी लड़ाई तो बाद जिहड़ा सी इन्हां दा कोई हल नहीं निकल रहा सी, कोई ये आपस दे विच सुलह नहीं कर पा रहे सन। ते सतगुरु गुरु तेग बहादुर सच्चे पातशाह जी ने बंगाल दे उस प्रचार दौरे दौरान जिहड़ा सी पहुंच के इन्हां दोनों कबीलियां दी आपस दे विच सुलह करवाई सी। इन्हां एक कबीले दा जिहड़ा राजा सी वो राजा राम राय सी। इनके घर कोई पुत्र नहीं सी, इनके घर कोई औलाद नहीं सी, कोई पुत्र नहीं सी। इन्हें सतगुरु जी के अगे अरदास की, सतगुरु जी मेरे घर भी कोई जिहड़ी है औलाद होवे, भावें कोई धी होवे भावें कोई पुत्र होवे। सतगुरु जी ने बख्शिशां कीतियां। धन गुरु तेग बहादुर सच्चे पातशाह जी ने अरदास बेनती के रूप दे विच ते इहदे घर ये रतन राय जिहड़ा सी पुत्र पैदा होया। इतिहास ये भी कहता है कि इहदे मत्थे दे उत्ते एक निशान सी, इहदे मत्थे दे उपर एक निशान सी। जिस समय ये छोटा सी ते अपने अक्सर निशान देखदा हुंदा सी। जिस समय अपने होश दे विच आया ना, संभाली इहने ते पिता ते जान तो बाद इहने अपनी माता नूं मां नूं पुछया कि मेरे सिर दे मत्थे दे उत्ते निशान कद होंदा ते उहदी माता राम खोज रतन राय नूं आखदी है कि ये पुत्र निशान नहीं है, ये धन गुरु तेग बहादुर साहब की बख्शिश है जिहड़े तेरे मस्तक दे उत्ते है। तू इन्हां दी बख्शिश दे नाल, इन्हां दी अरदास बेनती दे नाल तू इस संसार दे विच आया। वो आखदा मैं इन्हां नूं मिलना चाहुंदा। वो आखदे इस समय ते उस शरीर रूप दे विच मौजूद नहीं है, क्योंकि उन्हां दी शहादत दिल्ली दे विच हो गई है। हां उन्हां दा पुत्र आनंदपुर साहिब है ते ये अपनी मां नूं नाल लैके जिस समय पहली बार धन गुरु गोबिंद सिंह सच्चे पातशाह जी नूं मिलन आया सी ते उस समय ही अपने नाल कुछ कीमती शस्त्र ते नाल कीमती शमियाने ते प्रसादी हाथी ऐसियां चीज़ां भी लैके आया सी। ये कुछ ऐसियां घटनावां ने जिहड़ियां इस इतिहास नाल जोड़दियां ने। हुण ये गल उस समय बिलासपुर दे विच पहुंची, जित्थों दा जिहड़ा राजा सी राजा भीम चंद। बिलासपुर रियासत कहलूर का इलाका जिहड़ा बिलासपुर है, उस बिलासपुर रियासत का जिहड़ा राजा सी वो राजा भीम चंद सी। हुण भीम चंद दे कोल जिहड़ा है वो परमानंद नाम का एक पुरोहित पंडित जिहड़ा है वो ये चीज़ां दी गल जिहड़ी है वो पहुंचांदा है कि इवें गुरु गोबिंद सिंह दे कोल, क्योंकि पहला ये पहाड़ी राजे जिस समय सतगुरु जी गुरु गोबिंद सिंह सच्चे पातशाह जी अमृत की दात देन लगे सन, खंडे बाटे की पौध छकान लगे सन, तो ये पहाड़ी राजे भी पहुंचे सन कि तुसी ये गलत कर रहे हो। फिर उन्होंने ये भी आख्या कि इतों तक कि जे तुसी साडा बाटा अलग कर दे तो असीं भी अमृत छक लवांगे, असीं भी खंडे बाटे की पौध ले लवांगे। तो सतगुरु जी ने उत्ते इन्हां जात घुमानियां दे मूँह तोड़ जवाब ये दिता सी कि इन्हां चीज़ां फर्क नूं खत्म करन दे लई एक खंडे बाटे दा पौध नूं तैयार किया गया है ते तुसी फिर पूरी गल नूं जिहड़ा दोहरा रहे हो। सो ये जिहड़े सी उस समय तो कुछ खार खा रहे सन। सो इन्हां दे कोल परमानंद जिहड़ा इतिहास दे विच नाम पम्मा पुरोहित करके भी है, क्योंकि उन्दियां ऐसियां करतूतां करके सिखां ने उनका नाम जिहड़ा सी पम्मा पुरोहित कर दिता सी परमानंद तो। सो जिस समय इस पम्मे ने भीम चंद दे कोल जाके ये गल कीती कि गुरु गोबिंद सिंह दे कोल एक प्रसादी आती है, एक
ਪੰਜ ਕਲਾ ਸ਼ਸਤਰ है, क्योंकि वो एक ही शस्त्र ਦੇ ਵਿੱਚ ਜਿਹੜਾ ਸੀ ਪੰਜ ਤਰੀਕਿਆਂ ਦੇ ਨਾਲ ਜਿਹੜਾ ਸੀ ਉਹਨੂੰ ਬਣਾ ਕੇ ਯੂਜ਼ ਕੀਤਾ ਜਾਂਦਾ ਸੀ। ਉਹ ਇਸ ਹਿਸਾਬ ਦੇ ਨਾਲ ਬਣਾਇਆ ਹੋਇਆ ਸੀ। ਉਹਨਾਂ ਕੋਲ ਸੁੰਦਰ ਸ਼ਾਮਿਆਨੇ ਨੇ ਜਿਹੜੇ ਕੀਮਤੀ ਜਿਹੜੇ ਰਤਨਾਂ ਦੇ ਨਾਲ ਜੜੇ ਹੋਏ ਨੇ। ਉਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲ ਵੀ ਮੌਜੂਦ ਨਹੀਂ, ਕਿਉਂਕਿ ਕਿਸੇ ਨੇ ਕੰਨ ਭਰਨੇ ਹੋਣ ਤੇ ਗੱਲ ਨੂੰ ਇਸ ਤਰ੍ਹਾਂ ਘੁਮਾ ਕੇ ਕੀਤਾ ਜਾਂਦਾ ਹੈ ਤਾਂ ਕਿ ਅਗਲਾ ਭੜਕ ਜਾਏ। इसने बड़े ही घुमा फिरा के समय ने इस परमानंद परोहत ने जड़ा सी वो गल्लां इदा कह दित्तियां। ये भीम चंद बड़ा ही गुस्से दे विच आ गया। हुण इहनूं इदा लगा कि मेरी बेइज्जती होई है, क्योंकि इस रियासत का, इस बिलासपुर रियासत का मैं राजा, पर मेरे कोल चीज़ां नहीं। हुण इस तो पहला एक घटना होर है। सन 1682 ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਧੌਂਸਾ ਤਿਆਰ ਕਰਵਾਇਆ ਸੀ, ਜਿਹਨੂੰ ਆਪਾਂ ਆਮ ਵੱਡੇ ਗੁਰਦੁਆਰਿਆਂ ਦੇ ਵਿੱਚ ਜਾਂ ਕਈ ਗੁਰਦੁਆਰਿਆਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ, ਜਿਹਨੂੰ ਆਪਾਂ ਨਗਾਰਾ ਕਹਿੰਦੇ, ਜਿਹਦਾ ਨਾਮ ਸਤਿਗੁਰੂ ਜੀ ਨੇ ਰਣਜੀਤ ਨਗਾਰਾ ਰੱਖਿਆ ਸੀ। ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਵੇਲੇ, ਲੰਗਰ ਵੇਲੇ ਉਹ ਵਜਾਇਆ ਜਾਂਦਾ ਸੀ। ਹੁਣ ਇਹ ਜਿੰਨੀਆਂ ਨਿਸ਼ਾਨੀਆਂ ਨੇ ਸ਼ਸਤਰ ਰੱਖਣੇ, ਸਤਿਗੁਰੂ ਜੀ ਨੇ जिथे घोड़सवार, जिथे होर शस्त्रधारी होना, ये नगारा रखना, पग बन्हनी, ये सारियां जिहड़ियां चीज़ां सन ये समय दे राजियां दे अधीन होंदियां सन। उस समय दे सतगुरु जी दीयां ये चीज़ां नूं वेख के भीम चंद अग बबला हो गया। गुस्से दे विच आके आखण लगा है कि मैं की कर सकदा। इस पम्मे ਹੁਣ ਜੇ ਅਗਰ ਭੀਮ ਚੰਦ ਦਾ ਥੋੜਾ ਜਿਹਾ ਇਤਿਹਾਸ ਆਪਾਂ ਵਿਚਾਰ ਲਈਏ ਤੇ ਸਾਨੂੰ ਇਹ ਪਤਾ ਲੱਗੇਗਾ ਭੀਮ ਚੰਦ ਕੌਣ ਹੈ। ਰਾਜਾ ਭੀਮ ਚੰਦ ਉਹ ਹੈ ਜਿੰਦੇ ਦਾਦੇ ਦਾ ਨਾਮ ਤਾਰਾ ਚੰਦ ਹੈ, ਤੇ ਤਾਰਾ ਚੰਦ ਉਹ ਹੈ ਜਿਹਨੂੰ ਛੇਵੇਂ ਪਾਤਸ਼ਾਹ ਜੀ ਨੇ ਸਨ 1621 ਦੇ ਵਿੱਚ ਜਿਸ ਸਮੇਂ ਗਵਾਲੀਅਰ ਦੇ ਕਿਲੇ ਦੇ ਜਹਾਂਗੀਰ ਨੇ ਬੰਦ ਕਰਵਾਇਆ ਸੀ, ਉਹਨਾਂ 52 ਰਾਜਿਆਂ ਦੇ ਵਿੱਚੋਂ ਇੱਕ ਰਾਜਾ ਤਾਰਾ ਚੰਦ ਵੀ ਸੀ, ਜਿਹਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ ਸੀ। ਇਹਦਾ ਹੀ ਪੁੱਤਰਾ ਜਿਹੜਾ ਹੈ ਉਹ ਰਾਜਾ ਭੀਮ ਚੰਦ ਹੈ। ਅੱਗੋਂ ਰਾਜਾ ਭੀਮ ਚੰਦ ਦਾ ਮੁੰਡਾ ਅਜਮੇਰ ਚੰਦ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਇਹਨਾਂ ਗੱਲਾਂ ਨੂੰ ਇਸ ਪਰਮਾਨੰਦ ਪਰੋਹਤ ਨੇ ਇੱਕ ਸਕੀਮ ਤਿਆਰ ਕਰਵਾਈ। ਉਹ ਆਖਦਾ ਹੈ ਕਿ ਮੈਂ ਤੁਸੀਂ ਆਪਣੀ ਪੁੱਤਰੀ, ਆਪਣੇ ਬੇਟੇ ਦਾ ਵਿਆਹ ਰਾਜਾ ਫਤਿਹ ਚੰਦ ਮੈਣੀ ਜਿਹੜਾ ਗੜਵਾਲ ਦਾ ਰਾਜਾ ਹੈ ਉਹਦੀ ਪੁੱਤਰੀ ਦੇ ਨਾਲ ਤੈਅ ਹੋਇਆ ਹੈ, ਤੇ ਆਪਾਂ ਕਿਉਂਕਿ ਰਾਜਾ ਫਤਿਹ ਚੰਦ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਬੜਾ ਨੇੜੇ ਹੈ, ਤੇ ਆਪਾਂ ਕਿਦਾਂ ਕਰਦੇ ਹਾਂ ਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਕੋਲ ਆਪਣਾ ਇੱਕ ਅਹਿਲਕਾਰ ਭੇਜਦੇ ਹਾਂ, ਇਹ ਗੱਲ ਪਹੁੰਚਾਉਂਦੇ ਹਾਂ ਕਿ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕੁਝ ਸਮੇਂ ਲਈ ਦਿੱਤੀਆਂ ਜਾਣ, ਇਸ ਕਰਕੇ ਤਾਂ ਕਿ ਸਾਡੇ ਪੁੱਤਰ ਦਾ ਵਿਆਹ ਹੈ ਤੇ ਇਸ ਪੁੱਤਰ ਦੇ ਵਿਆਹ ਕਰਕੇ ਅਸੀਂ ਇਹਨੂੰ ਜਿਹੜਾ ਹੈ ਲੋਕਾਂ ਨੂੰ ਵਿਖਾਉਣ ਦੇ ਲਈ ਜਿਹੜਾ ਹੈ ਇਹ ਚੀਜ਼ਾਂ ਲੈਣੀਆਂ ਨੇ, ਬਾਕੀ ਅਸੀਂ ਵਾਪਸ ਬਾਅਦ ਦੇ ਵਿੱਚ ਮੁੜ ਦਵਾਂਗੇ। ਪਰ ਅਸਲ ਦੇ ਵਿੱਚ ਇਹਨਾਂ ਦੀ ਸੋਚ ਇਹ ਸੀ ਕਿ ਪਹਿਲਾਂ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਅਸੀਂ ਇਹ ਚੀਜ਼ਾਂ ਲੈ ਲਈਏ, ਪਰ ਬਾਅਦ ਦੇ ਵਿੱਚ ਅਸੀਂ ਮੋੜਾਂਗੇ ਨਹੀਂ, ਤੇ ਜਦੋਂ ਮੋੜਾਂਗੇ ਨਹੀਂ ਤੇ ਇਹ ਚੀਜ਼ਾਂ ਸਾਡੀਆਂ ਹੋ ਜਾਣਗੀਆਂ। ਜੇ ਉਹ ਜੰਗ ਕਰਨਗੇ ਤੇ ਅਸੀਂ ਜੰਗ ਦੇ ਵਿੱਚ ਹਰਾ ਦੇਵਾਂਗੇ। ਇਹਨਾਂ ਨੇ ਆਪਣੀ ਇਸ ਤਰਤੀਬ ਜਿਹੜੀ ਸੀ ਸਕੀਮ ਤਿਆਰ ਕਰ ਲਈ। ਸਤਿਗੁਰੂ ਜੀ ਦੇ ਕੋਲ ਇਹ ਗੱਲ ਪਹੁੰਚੀ ਕਿ ਤੁਸੀਂ ਜਿਹੜਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਉਹ ਰਾਜਾ ਭੀਮ ਚੰਦ ਦੇ ਪੁੱਤਰ ਦਾ ਵਿਆਹ ਹੈ ਅਜਮੇਰ ਚੰਦ ਦਾ, ਤੇ ਤੁਸੀਂ ਦੇ ਦਿਓ ਤੇ ਅਸੀਂ ਬਾਅਦ ਦੇ ਵਿੱਚ ਵਾਪਸ ਮੋੜ ਦੇਵਾਂਗੇ। ਸਤਿਗੁਰੂ ਜੀ ਨੇ ਮਨਾ ਕਰ ਦਿੱਤਾ, ਕਿਉਂਕਿ ਇਹਨਾਂ ਦੀ ਚਾਲ ਤੋਂ ਸਤਿਗੁਰੂ ਜੀ ਵਾਕਿਫ ਸਨ ਕਿ ਇਹ ਕੀ ਸੋਚ ਰਹੇ ਨੇ। ਹੁਣ ਇਹ ਦੇਖੋ ਕੈਸਾ ਉਹ ਮਾਹੌਲ ਇੱਕ ਤਿਆਰ ਹੋ ਗਿਆ ਹੈ, ਜਿੱਥੇ ਪਹਾੜੀ ਰਾਜਿਆਂ ਨੇ ਸਤਿਗੁਰੂ ਜੀ ਦੇ ਨਾਲ ਕਿੰਨੀਆਂ ਜੰਗਾਂ ਲੜੀਆਂ, ਪਰ ਇੱਕ ਦੇ ਵਿੱਚ ਵੀ ਉਹਨਾਂ ਨੇ ਜਿੱਤ ਹਾਸਲ ਨਹੀਂ ਕੀਤੀ। ਹੁਣ ਇਹਨਾਂ ਨੇ ਇੱਕ ਸਕੀਮ ਇਹ ਬਣਾਈ ਕਿ ਔਰੰਗਜ਼ੇਬ ਦੇ ਕੋਲ ਜਾ ਕੇ ਦਿੱਲੀ ਪਹੁੰਚ ਕੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਕੰਨ ਭਰਨੇ ਸ਼ੁਰੂ ਕੀਤੇ, ਕਿਉਂਕਿ ਇਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਹੁਣ ਜਦੋਂ ਇਹ ਕੰਮ ਇਹਨਾਂ ਨੇ ਉਸ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕੀਤੇ, ਔਰੰਗਜ਼ੇਬ ਨੇ ਜਿਹੜੀ ਡਿਊਟੀ ਸੀ ਉਹ ਵਜ਼ੀਰ ਖਾਨ ਦੀ ਲਾਈ ਕਿ ਤੂੰ ਆਪਣੀਆਂ ਫੌਜਾਂ ਨੂੰ ਲੈ ਕੇ ਤੇ ਕੁਝ ਸ਼ਾਹੀ ਫੌਜਾਂ ਦਿੱਲੀ ਤੋਂ ਭੇਜੀਆਂ
ਤੇ ਤੁਸੀਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ ਜਿਹੜਾ ਹੈ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ, ਜੰਗ ਕਰਨੀ ਹੈ ਤੇ ਉਹਨਾਂ ਨੂੰ ਜਾਂ ਇਹ ਗੱਲ ਕਹਿਣੀ ਹੈ ਕਿ ਤੁਸੀਂ ਉਸ ਇਲਾਕੇ ਨੂੰ ਛੱਡ ਦਿਓ, ਤਾਂ ਕਿ ਇਹ ਜਿਹੜਾ ਮਾਹੌਲ ਬਣ ਰਿਹਾ ਹੈ ਉਹ ਉਸ ਤੋਂ ਇਹ ਦੂਰ ਹੋ ਜਾਣਗੇ। ਉਹਨਾਂ ਦੇ ਮੁਤਾਬਕ ਇਹ ਸੀ। ਹੁਣ ਜਦੋਂ ਆਪਾਂ ਸਤਿਗੁਰੂ ਜੀ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਆਪਾਂ ਵੇਖਦੇ ਹਾਂ, ਇੱਕ ਦੂਰਅੰਦੇਸ਼ੀ ਦੇਖੋ ਧੰਨ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੀ, ਕਿ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦੇ, ਤੁਸੀਂ ਅੱਜ ਵੀ ਜਾਓ, ਅਨੰਦਪੁਰ ਸਾਹਿਬ ਦੇ ਚਾਰੋਂ ਬੰਨੇ ਤਕਰੀਬਨ 6 ਕਿਲੇ ਉਸਾਰੇ ਨੇ। 6 ਕਿਲੇ ਜਿਹੜੇ ਨੇ ਸਤਿਗੁਰੂ ਜੀ ਨੇ ਉਸਾਰੇ ਨੇ। ਲੋਹਗੜ੍ਹ ਦਾ ਕਿਲਾ ਜਿਹੜਾ ਇਤਿਹਾਸ ਦੇ ਵਿੱਚੋਂ ਆਪਾਂ ਹੁਣ ਵੀ ਦੇਖਦੇ ਹਾਂ, ਨਿਰਮੋਹਗੜ੍ਹ, ਆਨੰਦਗੜ੍ਹ ਦਾ ਕਿਲਾ ਜਿਹੜਾ ਕੇਸਗੜ੍ਹ ਸਾਹਿਬ ਤੋਂ ਜਾਂਦੇ ਜਿੱਧਰ ਵਿਰਾਸਤ ਦੇ ਖਾਲਸਾ ਬਣਿਆ ਹੋਇਆ, ਉਹਦੇ ਬਿਲਕੁਲ ਸਾਹਮਣੇ ਲੋਹਗੜ੍ਹ ਆਨੰਦਗੜ੍ਹ ਦਾ ਕਿਲਾ ਹੈ। ਕੇਸਗੜ੍ਹ ਸਾਹਿਬ ਜਿੱਥੇ ਆਪਾਂ ਜਾ ਕੇ ਨਤਮਸਤਕ ਹੁੰਦੇ ਹਾਂ, ਜਿੱਥੇ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਛਕਾਈ ਸੀ। ਫਤਿਹਗੜ੍ਹ ਸਾਹਿਬ ਤੇ ਹੋਲਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਜਦੋਂ ਆਪਾਂ ਗੁਰਦੁਆਰਾ ਸੀਸਗੰਜ ਤੋਂ ਲੈ ਕੇ ਬਾਬਾ ਸੰਗਤ ਸਿੰਘ ਦੇ ਗੁਰਦੁਆਰੇ ਵੱਲੋਂ ਜਾਂਦੇ, ਭੋਰਾ ਸਾਹਿਬ ਦੇ ਵੱਲੋਂ ਜਾਂਦੇ, ਉਧਰ ਨੂੰ ਅੱਗੇ ਜਾ ਕੇ ਕਿਲਾ ਫਤਿਹਗੜ੍ਹ ਸਾਹਿਬ ਹੈ ਤੇ ਹੋਲਗੜ੍ਹ ਜਿਹੜਾ ਹੈ ਉਹ ਇੱਕ ਸਾਈਡ ਦੇ ਉੱਤੇ। ਹੁਣ ਇਹ 6 ਜਿਹੜੇ ਕਿਲੇ ਨੇ, ਇੱਕ ਕਿਲਾ ਹੋ ਗਿਆ ਮੰਨ ਲਓ ਫਤਿਹਗੜ੍ਹ ਸਾਹਿਬ, ਕੇਸਗੜ੍ਹ ਸਾਹਿਬ ਵਾਲਾ, ਉਹ ਵਿਚਕਾਰ। ਬਾਕੀ ਦੇ ਕਿਲੇ ਸਤਿਗੁਰੂ ਜੀ ਨੇ 5 ਕਿਲੇ ਅਨੰਦਪੁਰ ਸਾਹਿਬ ਦੇ ਚਾਰੋਂ ਬੰਦੇ ਜਿਹੜੇ ਨੇ ਉਹ ਤਿਆਰ ਕਰਵਾਏ ਸਨ। ਹੁਣ ਇਹ ਕਿਲੇ ਜਿਸ ਸਮੇਂ ਸਤਿਗੁਰੂ ਜੀ ਨੇ ਤਿਆਰ ਕਰਵਾਏ ਸਨ, ਮਕਸਦ ਇਹ ਸੀ ਕਿ ਜਿਹੜਾ ਹਮਲਾ ਕਰੇਗਾ ਉਹਨੇ ਅਨੰਦਪੁਰ ਸਾਹਿਬ ਦੇ ਉੱਤੇ ਕਰਨਾ ਹੈ ਤੇ ਅਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ, ਰੋਕਣ ਲਈ ਇਹ ਕਿਲਿਆਂ ਦਾ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਜਾਓ ਨਾ, ਆਨੰਦਗੜ੍ਹ ਸਾਹਿਬ ਦਾ ਕਿਲਾ ਵੇਖਿਓ, ਕਮਾਲ ਦਾ ਤਰੀਕੇ ਦੇ ਨਾਲ ਉਹਨੂੰ ਇਸ ਹਿਸਾਬ ਦੇ ਨਾਲ ਸਤਿਗੁਰੂ ਜੀ ਨੇ ਆਪ ਹੱਥੀਂ ਤਿਆਰ ਕਰਵਾਇਆ ਹੈ ਕਿ ਅੰਦਰੋਂ ਤੁਸੀਂ ਪੂਰੇ ਇਲਾਕੇ ਦੇ ਉੱਤੇ ਨਜ਼ਰ ਰੱਖ ਸਕਦੇ ਹੋ, ਪਰ ਜਿਹੜਾ ਕੋਈ ਬਾਹਰੋਂ ਹੈ ਉਹ ਅੰਦਰ ਨਹੀਂ ਵੇਖ ਸਕਦਾ ਹੈ। ਜੇ ਕੋਈ ਬਾਹਰੋਂ ਦੂਰੋਂ ਅੰਦਰ ਨੂੰ ਵੇਖਣਾ ਚਾਹੇ ਕਿ ਅੰਦਰ ਕੀ ਹੋ ਰਿਹਾ, ਉਹ ਨਹੀਂ ਨਜ਼ਰ ਆਏਗਾ, ਪਰ ਤੁਸੀਂ ਅੰਦਰੋਂ ਵੜ ਕੇ ਵੇਖੋਗੇ ਤੇ ਉਹ ਇਸ ਹਿਸਾਬ ਦੇ ਨਾਲ ਤੁਹਾਨੂੰ ਦੂਰ ਦੂਰ ਤੱਕ ਜਿਹੜਾ ਅਨੰਦਪੁਰ ਸਾਹਿਬ ਦਾ ਇਲਾਕਾ ਨਜ਼ਰ ਆਏਗਾ। ਇਹ ਸਤਿਗੁਰੂ ਜੀ ਨੇ ਜਿਹੜਾ ਸੀ ਉੱਥੇ ਇਹ ਚੀਜ਼ ਨੂੰ ਤਿਆਰ, ਕਿਉਂਕਿ ਆਨੰਦਗੜ੍ਹ ਸਾਹਿਬ ਕਿਲੇ ਦੇ ਵਿੱਚ ਹੀ ਜਿਹੜੇ ਸ਼ਸਤਰ ਸਨ ਉਹ ਤਿਆਰ ਹੁੰਦੇ ਸਨ। ਬੌਲੀ ਸਾਹਿਬ ਦੇ ਉੱਤੇ ਪਾਣੀ ਦਾ ਪ੍ਰਬੰਧ ਜਿਹੜਾ ਸੀ ਸਤਿਗੁਰੂ ਜੀ ਨੇ ਉੱਤੇ ਕੀਤਾ ਸੀ। ਸੋ ਇਹ ਫੌਜਾਂ ਇੱਥੇ ਪਹਾੜੀ ਰਾਜਿਆਂ ਦੀਆਂ ਤੇ ਹੋਰ ਇੰਨੀਆਂ ਫੌਜਾਂ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚਦੀਆਂ ਨੇ ਤੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਂਦੀਆਂ ਨੇ। ਮਈ 1704 ਦੇ ਵਿੱਚ ਇਹ ਘੇਰਾ ਆਰੰਭ ਹੁੰਦਾ ਹੈ ਤੇ ਇਹ ਘੇਰਾ ਦਸੰਬਰ ਦੇ ਵਿੱਚ ਜਾ ਕੇ 6-7 ਪੋਹ ਦੀ ਉਹ ਰਾਤ ਤੱਕ ਇਹ ਘੇਰਾ ਜਿਹੜਾ ਹੈ ਉੱਥੇ ਰਹਿੰਦਾ। ਉਸ ਤੋਂ ਪਹਿਲਾਂ ਦੀਆਂ, ਕਿਉਂਕਿ ਨਾ ਕੋਈ ਅਨੰਦਪੁਰ ਸਾਹਿਬ ਦੇ ਵਿੱਚ ਜਾ ਸਕਦਾ ਤੇ ਨਾ ਕੋਈ ਬਾਹਰ ਨਿਕਲ ਸਕਦਾ। ਪਾਣੀ ਦੇ ਸਰੋਤ ਬੰਦ ਕਰ ਦਿੱਤੇ, ਰਾਸ਼ਨ ਪਾਣੀ ਬੰਦ ਕਰ ਦਿੱਤਾ। ਹਾਲਾਤ ਇਹ ਹੋ ਗਏ 7-8 ਮਹੀਨਿਆਂ ਦੇ ਵਿੱਚ। ਇਤਿਹਾਸ ਇਹ ਕਹਿੰਦਾ ਹੈ ਕਿ ਸਿੰਘਾਂ ਨੇ ਕੁਝ ਘੋੜੇ ਮਾਰ ਕੇ ਵੀ ਖਾਧੇ, ਜਿੱਥੇ ਉਹਨਾਂ ਦਰਖਤਾਂ ਦੀਆਂ ਛੱਲਾਂ ਨੂੰ ਲਾ ਕੇ ਖਾਧਾ ਹੈ। ਇਤਿਹਾਸ ਇੱਥੋਂ ਤੱਕ ਕਹਿੰਦਾ ਹੈ ਕਿ ਸਿੱਖਾਂ ਨੇ ਆਪਣੇ ਪੱਟ ਚੀਰ ਕੇ ਵੀ ਖਾਧੇ ਨੇ, ਕਿਉਂਕਿ ਹਾਲਾਤ ਐਸੇ ਬਣ ਗਏ ਸਨ। ਹਾਲਾਤ ਐਸੇ ਬਣ ਗਏ ਸਨ ਕਿਉਂਕਿ ਕੁਝ ਅੰਦਰ ਨਹੀਂ ਜਾ ਸਕਦਾ ਸੀ। ਹੁਣ ਇੱਕ, ਕਿਉਂਕਿ ਜਿੱਥੇ ਇੰਨਾ ਸਮਾਂ ਇੱਕ ਸਥਾਨ ਦੇ ਉੱਤੇ ਸਤਿਗੁਰੂ ਜੀ ਤੇ ਟਿਕੇ ਸਨ, ਪਰ ਜਿੱਥੇ ਗਰਮੀ ਨਿਕਲੀ, ਮਈ ਦਾ ਮਹੀਨਾ, ਬਰਸਾਤ ਵੀ ਨਿਕਲ ਗਈ, ਹੁਣ ਠੰਡ ਆਰੰਭ ਹੈ ਤੇ ਉਹ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੇ ਨਾਲ ਮਿਲ ਕੇ ਇੱਕ ਸਕੀਮ ਤਿਆਰ ਕਰਵਾਈ। ਇਤਿਹਾਸ ਦੇ ਵਿੱਚ ਕੁਝ ਇਹ ਵੀ ਕਿਹਾ ਜਾਂਦਾ ਹੈ, ਹਰਜਿੰਦਰ ਸਿੰਘ ਦਲਗੀਰ ਦੀ ਇੱਕ ਲਿਖਤ ਪੜ੍ਹ ਰਿਹਾ ਸਾਂ, ਉਹਨੇ ਇੱਥੋਂ ਤੱਕ ਦਾ ਜ਼ਿਕਰ ਕੀਤਾ ਹੈ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਜਿਹੜੀ ਕੁਰਾਨ ਦੀ ਜਿਲਦ ਦੇ ਉੱਤੇ ਲਿਖ ਕੇ ਚਿੱਠੀ ਆਈ ਸੀ, ਉਹ ਆਖਦੇ ਨੇ ਸ਼ਾਇਦ ਉਹਨਾਂ ਦੇ ਮੁਤਾਬਕ ਇਹ ਹੈ ਕਿ ਸ਼ਾਇਦ ਉਹ ਔਰੰਗਜ਼ੇਬ ਦੇ ਵੱਲੋਂ ਖੁਦ ਨਾ ਭੇਜੀ ਹੋਵੇ, ਉਹਨੂੰ ਪਹਾੜੀ ਰਾਜਾ ਨੇ ਤੇ ਵਜ਼ੀਰ ਖਾਨ ਨੇ ਨਕਲੀ ਤਿਆਰ ਕਰਵਾਇਆ ਸੀ। ਉਹਦੀ ਜਿਲਦ ਉਹਨੇ ਆਪਣੇ ਲੇਖ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਵੀ ਲਿਖਿਆ ਹੈ। ਹੋ ਸਕਦਾ, ਪਰ ਸਤਿਗੁਰੂ ਜੀ ਦੇ ਕੋਲ
ਇਹ ਪਹੁੰਚਦੀ ਹੈ ਕਿ ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਦਿਓ, ਤੁਸੀਂ ਅਨੰਦਪੁਰ ਸਾਹਿਬ ਨੂੰ ਛੱਡ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਅਸੀਂ ਜਿਹੜੀਆਂ ਕਸਮਾਂ ਖਾਂਦੇ ਹਾਂ। ਕਸਮਾਂ ਦੇਖੋ ਕੌਣ ਕਿੰਨੀਆਂ ਖਾਧੀਆਂ ਜਾ ਰਹੀਆਂ ਨੇ, ਕੁਰਾਨ ਦੀ ਤੇ ਉਧਰ ਗਊ ਦੀ। ਇਹ ਕੁਰਾਨ ਦੀ ਤੇ ਗਊ ਦੀ ਕਸਮ ਖਾ ਕੇ ਇੱਕ ਸਿਪਾਹੀ ਇਹ ਲੈ ਕੇ ਪਹੁੰਚਦਾ ਹੈ, ਆਟੇ ਦੀ ਗਊ ਤਿਆਰ ਕੀਤੀ ਜਾਂਦੀ ਹੈ ਤੇ ਉਸ ਕੁਰਾਨ ਦੀ ਜਿਲਦ ਦੇ ਉੱਤੇ ਚਿੱਠੀ ਅੰਕਿਤ ਕਰਕੇ ਕਿ ਅਸੀਂ ਇਸ ਦੀ ਕਸਮ ਖਾ ਕੇ ਕਹਿੰਦੇ ਹਾਂ ਕਿ ਤੁਹਾਨੂੰ ਕੁਝ ਨਹੀਂ ਕੀਤਾ। ਇੱਕ ਦੀਵਾਨ ਨੇ ਇੱਥੋਂ ਤੱਕ ਆਖਿਆ, ਕਹਿੰਦੇ ਅਗਰ ਕਿਸੇ ਨੇ ਸਤਿਕਾਰ ਕੀਤਾ ਹੈ ਕੁਰਾਨ ਦਾ, ਜੇ ਸਤਿਕਾਰ ਕੀਤਾ ਹੈ ਗਊ ਦੀ ਉਸ ਕਸਮ ਦਾ, ਤੇ ਉਹ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ, ਨਹੀਂ ਤਾਂ ਜਿਨ੍ਹਾਂ ਨੇ ਖਾਧੀਆਂ ਸੀ ਉਹ ਮੁਕਰ ਗਏ ਸਨ। ਕਹਿੰਦੇ ਜੇ ਸਤਿਕਾਰ ਤੁਸੀਂ ਦੇਖਣਾ ਹੈ ਤੇ ਦੇਖੋ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਭਰੋਸਾ ਰੱਖਿਆ ਹੈ। ਪਰ ਸਤਿਗੁਰੂ ਜੀ ਇਹ ਜਾਣਦੇ ਸਨ, ਕਿਉਂਕਿ ਉਸ ਤੋਂ ਪਹਿਲਾਂ ਦੀ ਇੱਕ ਘਟਨਾ ਵਾਪਰ ਚੁੱਕੀ ਸੀ ਨਾ ਅਨੰਦਪੁਰ ਸਾਹਿਬ ਦੇ ਵਿੱਚ, ਜਦੋਂ ਸਤਿਗੁਰੂ ਜੀ ਨੇ ਕੁਝ ਪੋਤਿਆਂ ਖੱਚਰਾਂ ਨੂੰ ਬੁਲਾ ਕੇ ਉਹਦੇ ਉੱਤੇ ਪੁਰਾਣਾ ਟੁੱਟਾ ਫੁੱਟਾ ਸਮਾਨ, ਕਿਉਂਕਿ ਸਿੰਘ ਕੋਲ ਪਹੁੰਚੇ ਸਨ, ਸਤਿਗੁਰੂ ਜੀ ਮੌਕਾ ਆਇਆ ਆਪਾਂ ਨਿਕਲ ਜਾਂਦੇ ਹਾਂ। ਕੁਝ ਪਹਾੜੀ ਰਾਜਿਆਂ ਨੇ ਐਸੀਆਂ ਕਸਮਾਂ ਖਾਧੀਆਂ ਨੇ ਤੇ ਆਪਾਂ ਚਲੋ ਚੱਲਦੇ ਹਾਂ, ਆਪਾਂ ਨਿਕਲ ਜਾਵਾਂਗੇ ਭੁੱਖੇ, ਭਾਵੇਂ ਸਿੰਘ ਮਰ ਵੀ ਰਹੇ ਨੇ ਤੇ ਖਾਣ ਨੂੰ ਵੀ ਕੁਛ ਨਹੀਂ ਹੈਗਾ, ਕੁਝ ਵਿੱਚੋਂ ਹੁੰਦੇ ਨੇ ਜਿਹੜਾ ਡੋਲ ਜਾਂਦੇ ਨੇ। ਸਤਿਗੁਰੂ ਜੀ ਦੇ ਕੋਲ ਪਹੁੰਚੇ ਸਨ, ਸਤਿਗੁਰੂ ਜੀ ਨੇ ਆਖਿਆ ਠੀਕ ਹੈ ਤੁਸੀਂ ਕਹਿੰਦੇ, ਪਰ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਵੇਖ ਲੈਂਦੇ ਹਾਂ ਕਿ ਇਹਨਾਂ ਦੀ ਮਨਸ਼ਾ ਕੀ ਹੈ, ਇਸ ਚਾਹੁੰਦੇ ਕੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ, ਇਹ ਪਹਿਲਾਂ ਘਟਨਾ ਹੋ ਚੁੱਕੀ ਸੀ ਜਿਸ ਸਮੇਂ ਉਹ ਪੌਦਿਆਂ ਦੇ ਉੱਤੇ ਗੰਦੇ ਜੋ ਕੂੜਾ ਕਰਕਟ ਸੀ, ਜੁੱਤੀਆਂ ਸਨ, ਉਹਨੂੰ ਰੱਖ ਕੇ ਉਹਨਾਂ ਕਚਰਾਂ ਦੇ ਸਿਰ ਦੇ ਉੱਤੇ ਮਸ਼ਾਲਾ ਬਣ ਕੇ ਤੇ ਉੱਤੇ ਸ਼ਾਮਿਆਨੇ ਚੰਗੇ ਸੋਹਣੇ ਪਾ ਕੇ ਤੇ ਉਹਨਾਂ ਨੂੰ ਤੋੜ ਦਿੱਤਾ ਸੀ ਅਨੰਦਪੁਰ ਸਾਹਿਬ ਤੋਂ। ਤੇ ਜਦੋਂ ਤੋੜਿਆ ਸੀ ਤੇ ਇਹ ਉਹ ਜਿਹੜੇ ਫੌਜਾਂ ਸਨ, ਸੈਨਿਕ ਸਨ, ਉਹ ਸਿਪਾਹੀਆਂ ਨੇ ਹਮਲਾ ਕੀਤਾ ਸੀ ਤੇ ਹਮਲਾ ਕਰਕੇ ਉਹ ਇਹ ਸੋਚ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾ ਰਹੇ ਨੇ, ਆਪਣੇ ਨਾਲ ਜਿਹੜਾ ਹੈ ਉਹ ਧਨ ਦੌਲਤ ਜਿਹੜਾ ਉਹਨਾਂ ਦੇ ਕੋਲ ਹੈਗਾ ਹੈ ਉਹਨੂੰ ਲੈ ਕੇ ਜਾ ਰਹੇ ਤੇ ਮੌਕਾ ਹੈ ਲੁੱਟ ਲਈ ਹੈ। ਇਹ ਘਟਨਾ ਪਹਿਲਾਂ ਹੋ ਚੁੱਕੀ ਸੀ। ਸੋ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਜਿਹੜਾ ਸੀ ਮਨਜ਼ੂਰ ਕੀਤਾ। ਹੁਣ ਜਿਸ ਸਮੇਂ ਸਤਿਗੁਰੂ ਜੀ ਇਹ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਰਹੇ ਨੇ ਤੇ ਆਪਾਂ ਇਤਿਹਾਸ ਵੀ ਕਹਿੰਦਾ ਕਿ ਸਰਸਾ ਦੇ ਉੱਤੇ ਜਾ ਕੇ ਵਿਛੋੜਾ ਹੋ ਗਿਆ ਹੈ। ਵੈਸੇ ਜਿਹੜੀ ਜਿਸ ਲੇਖਕ ਦਾ ਮੈਂ ਜ਼ਿਕਰ ਕਰ ਰਿਹਾ ਸੀ, ਉਹ ਰਾਤ ਪੜ੍ਹਦੇ ਹੋਏ ਇੱਕ ਚੀਜ਼ ਹੋਰ ਸਾਹਮਣੇ ਆਈ, ਹਰਜਿੰਦਰ ਸਿੰਘ ਦਿਲਗੀਰ। ਵੈਸੇ ਉਹ ਇਤਿਹਾਸ ਦੀਆਂ ਬਹੁਤੀਆਂ ਚੀਜ਼ਾਂ ਨੂੰ ਨਕਾਰਦਾ ਹੈ, ਪਰ ਕਿਉਂਕਿ ਵਿਦਵਾਨਾਂ ਦੇ ਆਪਣੇ ਮਤ ਨੇ, ਸਭ ਵਿਦਵਾਨਾਂ ਦੇ ਆਪਣੇ ਆਪਣੇ ਮਤ ਨੇ। ਸੋ ਸੰਗਤ ਦੇ ਸਾਂਝੇ ਕਰਨੇ ਵਿੱਚ ਕੌਣ ਕਿਹੜਾ ਵਿਦਵਾਨ ਕਿਸ ਗੱਲ ਨੂੰ ਜਿਹੜਾ ਹੈ ਉਹ ਹਾਮੀ ਭਰ ਰਿਹਾ ਹੈ। ਉਹ ਇੱਥੋਂ ਤੱਕ ਆਖਦਾ ਹੈ ਕਿ ਸਰਸਾ ਦੇ ਉੱਤੇ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਜਿਹੜਾ ਸੀ ਉਹ ਸਰਸਾ ਦੇ ਹੜ੍ਹ ਦੀ ਗੱਲ ਨਹੀਂ ਕਰਦਾ ਹੈ ਤੇ ਨਾ ਉਹ ਜਿਹੜਾ ਆਪਣੇ ਇਤਿਹਾਸ ਦੇ ਵਿੱਚ ਅਕਸਰ ਇਸ ਗੱਲ ਦਾ ਜ਼ਿਕਰ ਵੀ ਪੜ੍ਹਦੇ ਹਾਂ ਕਿ ਸਤਿਗੁਰੂ ਜੀ ਦੇ ਨਾਲ ਕੁਝ ਗ੍ਰੰਥ ਸਨ, ਕੁਝ ਲਿਖਤਾਂ ਸਨ ਤੇ ਕੁਝ ਉਹਨਾਂ ਕਵੀਆਂ ਜੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 52 ਕਵੀ ਵੀ ਰੱਖੇ ਸਨ, ਉਹਨਾਂ ਦੀ ਵੀ ਜਿਹੜਾ ਸੀ ਸਤਿਗੁਰੂ ਜੀ ਉਹਨਾਂ ਦੇਖ ਰੇਖ ਕਰਦੇ ਸਨ, ਉਹਨਾਂ ਦੀਆਂ ਲਿਖਤਾਂ ਸਨ। ਸੋ ਉਹ ਕਹਿੰਦਾ ਕਿ ਹੜ੍ਹ ਦੇ ਵਿੱਚ ਉਹ ਇਸ ਗੱਲ ਨੂੰ ਹਾਮੀ ਨਹੀਂ ਕਰਦਾ। ਖੈਰ ਇਸ ਬੰਨੇ ਨਾ ਜਾਈਏ। ਜਦੋਂ ਅਨੰਦਪੁਰ ਸਾਹਿਬ ਨੂੰ ਸਤਿਗੁਰੂ ਜੀ ਛੱਡਣ ਲੱਗੇ ਤੇ ਤਰਤੀਬ ਦੇਖੋ ਪਹਿਲਾਂ ਹੀ ਤਿਆਰ ਹੈ, ਇੱਕ ਪਲੈਨਿੰਗ ਪਹਿਲਾਂ ਹੀ ਤਿਆਰ ਹੈ, ਕਿਸਨੇ ਕਿੱਧਰ ਨੂੰ ਜਾਣਾ ਹੈ। ਹਰਜਿੰਦਰ ਸਿੰਘ ਦਿਲਗੀਰ ਵਿਦਵਾਨ ਇਹ ਕਹਿ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸੀ 3 ਜਥੇ ਦੇ ਰੂਪ ਦੇ ਅੰਦਰ ਬਣਾਇਆ ਸੀ ਤੇ ਇਹਨਾਂ ਦਾ ਜਿਹੜਾ ਨਿਸ਼ਾਨਾ ਸੀ ਉਹ ਇਹ ਸੀ ਕਿ ਇਹਨਾਂ ਨੇ ਜਿਹੜਾ ਹੈ ਪਹੁੰਚਣਾ ਹੈ ਚਮਕੌਰ ਪਹੁੰਚਣਾ ਹੈ। ਪਰ ਸਤਿਗੁਰੂ ਜੀ ਦੇ ਇਤਿਹਾਸ ਦੇ ਵਿੱਚ ਆਪਾਂ ਇਹ ਜ਼ਿਕਰ ਪੜ੍ਹਦੇ ਹਾਂ ਕਿ ਉਹ 3 ਜਥੇ ਤੇ ਜ਼ਰੂਰ ਬਣੇ ਸਨ। ਇੱਕ ਜਥਾ ਕਿਉਂਕਿ ਤਕਰੀਬਨ 500 ਜਿਹੜੇ ਸਨ ਸਿੰਘ ਹੀ ਮੌਜੂਦ ਰਹੇ ਸਨ, ਭਾਵੇਂ ਜਿਸ ਸਮੇਂ ਘੇਰਾ ਪਿਆ ਸੀ ਉਸ ਸਮੇਂ ਕੁਝ ਦਾ ਜ਼ਿਕਰ ਆਪਾਂ ਪੜ੍ਹਦੇ 1500 ਦਾ, ਕੁਝ ਘੱਟ ਦਾ ਕਿਉਂਕਿ ਕੁਝ ਅਕਾਲ ਚਲਾਣਾ ਕਰ ਗਏ ਭੁੱਖ ਦੇ ਨਾਲ ਤੇ ਕੁਝ ਛੱਡ ਕੇ ਵੀ ਗਏ ਸਨ ਜਿਸ ਦਾ ਜ਼ਿਕਰ ਆਪਾਂ ਪੜ੍ਹਦੇ ਹਾਂ। ਹੁਣ ਜਦੋਂ ਆਪਾਂ 500 ਦਾ ਜ਼ਿਕਰ ਪੜ੍ਹਦੇ ਹਾਂ ਤੇ ਇਹਨੂੰ 3 ਜਥਿਆਂ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਤਿਆਰ ਕੀਤਾ ਹੈ। ਪਹਿਲਾ ਜਥਾ ਭਾਈ ਉਦੈ ਸਿੰਘ ਦੇ ਨਾਲ, ਜਿਨ੍ਹਾਂ ਦੇ ਨਾਲ 50 ਸਿੰਘ ਨੇ, ਪਹਿਲੇ ਜਥੇ ਦੇ ਵਿੱਚ 50 ਸਿੰਘ ਨੇ। ਦੂਜਾ ਜਥਾ
ਜਿਹਦੇ ਵਿੱਚ ਵੱਡੇ ਸਾਹਿਬਜ਼ਾਦੇ ਨੇ ਤੇ ਨਾਲ ਜਿਹੜੇ ਨੇ ਭਾਈ ਬਚਿੱਤਰ ਸਿੰਘ ਨੇ, ਭਾਈ ਜੀਵਨ ਸਿੰਘ, ਇਹਨਾਂ ਦਾ ਇੱਕ ਜਥਾ ਹੈ ਤੇ ਇਹਨਾਂ ਦੇ ਨਾਲ ਤਕਰੀਬਨ 90 ਸਿੰਘ ਨੇ। ਫਿਰ ਸਤਿਗੁਰੂ ਜੀ ਦੇ ਜਿਹੜੇ ਮਾਤਾ ਜੀ ਨੇ ਉਹਨਾਂ, ਹੁਣ ਦੇਖੋ ਇਤਿਹਾਸ ਕਿੰਨਾ ਕਮਾਲ ਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸ ਦੂਰਦੇਸ਼ੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਚੱਲਣ ਵੇਲੇ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਦੇ ਅਧੀਨ ਕਰ ਦਿੱਤਾ ਹੈ। ਪਹਿਲਾਂ ਉਹਨਾਂ ਦੇ ਜਥੇ ਦੇ ਨਾਲ ਸਤਿਗੁਰੂ ਜੀ ਆਪਣੇ ਨਾਲ ਵੀ ਰੱਖ ਸਕਦੇ ਸਨ, ਪਰ ਸਤਿਗੁਰੂ ਜੀ ਨੇ ਇਹਨਾਂ ਨੂੰ ਪਹਿਲਾਂ ਰੱਖਿਆ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਅਧੀਨ ਕਰ ਦਿੱਤਾ। ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ। ਉਸ ਕਿਲੇ ਨੂੰ ਛੱਡਣ ਤੋਂ ਬਾਅਦ ਕਿਹੜੇ ਕਿਹੜੇ ਜਥਿਆਂ ਨੇ ਕਿੱਥੇ ਜਾ ਕੇ ਹਮਲੇ ਹੋਏ ਨੇ, ਉਹ ਆਪਾਂ ਇਤਿਹਾਸ ਦੀ ਲੜੀ ਨੂੰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਗਾਂਹ ਦੋਹਰਾਂਗੇ ਕਿ ਅਨੰਦਪੁਰ ਸਾਹਿਬ ਦੇ ਜਿਸ ਸਮੇਂ 6-7 ਪੋਹ ਦੀ ਰਾਤ ਨੂੰ, ਮਤਲਬ ਅੱਜ ਦੀ ਰਾਤ ਜਿਹੜੀ ਨਿਕਲ ਕੇ ਗਈ ਹੈ, ਇਸ ਰਾਤ ਦੇ ਵਿੱਚ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ। ਅੱਜ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਉੱਤੇ ਉਹ ਮਾਹੌਲ ਕੀ ਹੈ, ਉਸ ਤੋਂ ਬਾਅਦ ਅੱਜ ਪੂਰੇ ਦਿਨ ਦਾ ਲੇਖਾ ਕੀ ਹੈ, ਕਿਸ ਰਸਤੇ ਤੋਂ ਹੋ ਕੇ ਸਤਿਗੁਰੂ ਜੀ ਚਮਕੌਰ ਸਾਹਿਬ ਪਹੁੰਚਦੇ ਨੇ, ਉਹ ਹਵੇਲੀ, ਉਹ ਕਿਹੜੀ ਪਿਛਲੀ ਹਵੇਲੀ ਹੈ, ਇਹ ਆਪਾਂ ਇਤਿਹਾਸ ਦੀ ਲੜੀ ਨੂੰ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵਿਚਾਰਾਂਗੇ। ਅੱਜ ਵੀ ਇਸ ਇਤਿਹਾਸ ਦੀ ਲੜੀ ਨੂੰ ਆਰੰਭ ਕਰਦੇ ਹਾਂ, ਵਿਚਾਰਾਂ ਇਤਿਹਾਸ ਦੇ ਪੱਖ ਪੇਸ਼ ਕਰਦੇ ਹਾਂ। ਹੋਈਆਂ ਬੇਅੰਤ ਦੀ ਮਾਫੀ ਬਖਸ਼ਿਸ਼ ਕਰਨੀ। ਆਪ ਸਾਰੀਆਂ ਨੇ ਸੰਗਤਾਂ ਨੇ ਕੱਲ੍ਹ ਨੂੰ ਸਮੇਂ ਸਿਰ ਜਿਹੜਾ ਹੈ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ।